ਦੋਸਤੋ, ਸਾਨੂੰ ਸਭ ਨੂੰ ਪਤਾ ਹੈ ਕਿ ਧੋਖਾ ਦੇਣਾ ਗਲਤ ਹੈ। ਕਿਸੇ ਨੂੰ ਕਸ਼ਟ ਪਹੁੰਚਾਉਣਾ, ਪੀੜਾ ਪਹੁੰਚਾਉਣਾ, ਝੂਠ ਬੋਲਣਾ, ਇਹ ਸਭ ਗਲਤ ਕੰਮ ਹਨ। ਪਰ ਅਸੀਂ ਸਭ ਕੁਝ ਜਾਣਦੇ ਹੋਏ ਵੀ ਫਿਰ ਵੀ ਹਰ ਰੋਜ਼ ਰੋਜ਼ਮर्रा ਦੀ ਜ਼ਿੰਦਗੀ ਵਿੱਚ ਇਹੀ ਕੰਮ ਕਰਦੇ ਹਾਂ। ਤਾਂ ਤੁਹਾਨੂੰ ਇਹ ਸੋਚ ਕੇ ਕਦੇ ਹੈਰਾਨੀ ਨਹੀਂ ਹੁੰਦੀ ਕਿ ਅਸੀਂ ਜਾਣਦੇ ਤਾਂ ਹਾਂ ਕਿ ਇਹ ਸਭ ਗਲਤ ਕੰਮ ਹਨ, ਪਰ ਫਿਰ ਵੀ ਅਸੀਂ ਇਹ ਸਭ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਪਾਉਂਦੇ। ਹੈ ਨਾ ਬੜੀ ਹੈਰਾਨੀ ਦੀ ਗੱਲ। ਜਿਨ੍ਹਾਂ ਕੰਮਾਂ ਨੂੰ ਅਸੀਂ ਗਲਤ ਸਮਝਦੇ ਹਾਂ, ਕਿ ਉਹਨਾਂ ਨੂੰ ਛੱਡਣਾ ਸੰਭਵ ਹੈ ਜਾਂ ਫਿਰ ਇਹਨਾਂ ਦੇ ਨਾਲ ਹੀ ਸਾਨੂੰ ਜ਼ਿੰਦਗੀ ਜੀਣੀ ਪਵੇਗੀ। ਅੱਜ ਦੀ ਕਹਾਣੀ ਇਸ ਟੌਪਿਕ ਤੇ ਆਧਾਰਿਤ ਹੈ। ਤੁਸੀਂ ਇਸ ਕਹਾਣੀ ਨੂੰ ਪੂਰਾ ਸੁਣੋ। ਕਹਾਣੀ ਦੇ ਐਂਡ ਵਿੱਚ ਤੁਹਾਨੂੰ ਇੱਕ ਸਟਰੋਂਗ ਮੈਸੇਜ ਵੀ ਜ਼ਰੂਰ ਮਿਲੇਗਾ। ਹੈਲੋ ਦੋਸਤੋ, ਰੂਹਾਨੀ ਗੁਰੂ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਇਹ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਨਾਗਰਜੁਨ ਨਾਮ ਦਾ ਬਹੁਤ ਵੱਡਾ ਫਕੀਰ ਹੋਇਆ। ਲੋਕਾਂ ਤੋਂ ਭਿਕਸ਼ਾ ਮੰਗ ਕੇ, ਭੀਖ ਮੰਗ ਕੇ ਖਾਣਾ ਉਸ ਦਾ ਕੰਮ ਸੀ। ਉਹ ਆਪਣੇ ਉਸੇ ਜੀਵਨ ਵਿੱਚ ਬਹੁਤ ਖੁਸ਼ ਸੀ। ਉਸ ਦੇ ਕੋਲ ਇੱਕ ਮਿੱਟੀ ਦਾ ਭਿਕਸ਼ਾ ਪਾਤਰ ਸੀ ਜੋ ਉਸ ਦੀ ਕੁੱਲ ਸੰਪत्ति ਸੀ। ਇਸ ਦੇ ਇਲਾਵਾ ਉਸ ਦੇ ਕੋਲ ਕੁਝ ਵੀ ਨਹੀਂ ਸੀ। ਇੱਕ ਵਾਰ ਉਹ ਕਿਸੇ ਪਿੰਡ ਵਿੱਚ ਭਿਕਸ਼ਾ ਮੰਗਣ ਦੇ ਲਈ ਜਾਂਦਾ ਹੈ ਤਾਂ ਉੱਥੇ ਉਸ ਨੂੰ ਇੱਕ ਸੇਠ ਨੇ ਦੇਖਿਆ ਤੇ ਸੇਠ ਨੇ ਉਸ ਨੂੰ ਕਿਹਾ ਕਿ ਤੁਹਾਡੇ ਹੱਥ ਵਿੱਚ ਇਹ ਮਿੱਟੀ ਦਾ ਭਿਕਸ਼ਾ ਪਾਤਰ ਚੰਗਾ ਨਹੀਂ ਲੱਗਦਾ। ਇਸ ਦੀ ਜਗ੍ਹਾ ਮੈਂ ਤੁਹਾਨੂੰ ਸੋਨੇ ਦਾ ਭਿਕਸ਼ਾ ਪਾਤਰ ਭੇਟ ਕਰਦਾ ਹਾਂ। ਹੁਣ ਜੇ ਕੋਈ ਸਧਾਰਨ ਸਾਧੂ ਹੁੰਦਾ ਤਾਂ ਕਹਿੰਦਾ ਕਿ ਮੈਂ ਸੋਨਾ ਛੂਹਾਂਗਾ, ਮੈਂ ਅਪਵਿੱਤਰ ਥੋੜ੍ਹੀ ਹੋਣਾ ਹੈ। ਇਹ ਸਭ ਅਗਿਆਨੀ ਦੇ ਲੱਛਣ ਹੁੰਦੇ ਹਨ। ਪਰ ਜੋ ਸੱਚਾ ਗਿਆਨੀ ਹੁੰਦਾ ਹੈ ਉਹ ਇਹ ਜਾਣਦਾ ਹੈ ਕਿ ਮਿੱਟੀ ਦੇ ਭਿਕਸ਼ਾ ਪਾਤਰ ਵਿੱਚ ਤੇ ਸੋਨੇ ਦੇ ਭਿਕਸ਼ਾ ਪਾਤਰ ਵਿੱਚ ਕੋਈ ਅੰਤਰ ਨਹੀਂ ਹੈ। ਨਾਗਰਜੁਨ ਨੇ ਵੀ ਇਹੀ ਕਿਹਾ ਕਿ ਮੈਂ ਤਾਂ ਭੀਖ ਮੰਗ ਕੇ ਹੀ ਖਾਣੀ ਹੈ। ਤੈਨੂੰ ਸੋਨੇ ਦਾ ਭਿਕਸ਼ਾ ਪਾਤਰ ਦੇਣ ਵਿੱਚ ਖੁਸ਼ੀ ਮਿਲਦੀ ਹੈ ਤਾਂ ਦੇ ਦੇ, ਮੈਂ ਇਹ ਲੈ ਲੈਂਦਾ ਹਾਂ। ਉਹ ਸੇਠ ਨੇ ਨਾਗਰਜੁਨ ਨੂੰ ਉਹ ਸੋਨੇ ਦਾ ਭਿਕਸ਼ਾ ਪਾਤਰ ਭੇਟ ਕਰ ਦਿੱਤਾ। ਭਿਕਸ਼ਾ ਪਾਤਰ ਲੈਣ ਤੋਂ ਬਾਅਦ ਨਾਗਰਜੁਨ ਨੇ ਸੇਠ ਨੂੰ ਕਿਹਾ ਕਿ ਮੇਰੇ ਮਿੱਟੀ ਦੇ ਭਿਕਸ਼ਾ ਪਾਤਰ ਨੂੰ ਆਪਣੇ ਕੋਲ ਸੰਭਾਲ ਕੇ ਰੱਖੀ, ਕਿਉਂਕਿ ਮੈਨੂੰ ਇਸ ਦੀ ਬਹੁਤ ਜਲਦ ਜ਼ਰੂਰਤ ਪੈਣ ਵਾਲੀ ਹੈ। ਇਸ ਉੱਤੇ ਸੇਠ ਨੇ ਪੁੱਛਿਆ ਕਿ ਮੈਂ ਤਾਂ ਤੁਹਾਨੂੰ ਸੋਨੇ ਦਾ ਭਿਕਸ਼ਾ ਪਾਤਰ ਦੇ ਦਿੱਤਾ ਹੈ, ਹੁਣ ਤੁਹਾਨੂੰ ਇਸ ਮਿੱਟੀ ਦੇ ਭਿਕਸ਼ਾ ਪਾਤਰ ਦੀ ਕੀ ਜ਼ਰੂਰਤ ਪੈਣ ਵਾਲੀ ਹੈ। ਤਾਂ ਨਾਗਰਜੁਨ ਕਹਿੰਦਾ ਹੈ ਕਿ ਸੋਨੇ ਦਾ ਭਿਕਸ਼ਾ ਪਾਤਰ ਜ਼ਿਆਦਾ ਸਮੇਂ ਤੱਕ ਮੇਰੇ ਕੋਲ ਨਹੀਂ ਰਹਿਣ ਵਾਲਾ, ਕਿਉਂਕਿ ਕੋਈ ਨਾ ਕੋਈ ਚੋਰ ਇਸ ਨੂੰ ਮੇਰੇ ਕੋਲੋਂ ਚੁਰਾ ਲਵੇਗਾ ਤੇ ਫਿਰ ਮੈਨੂੰ ਉਦੋਂ ਆਪਣੇ ਇਸ ਮਿੱਟੀ ਦੇ ਭਿਕਸ਼ਾ ਪਾਤਰ ਦੀ ਜ਼ਰੂਰਤ ਪਵੇਗੀ। ਇਹ ਕਹਿ ਕੇ ਨਾਗਰਜੁਨ ਉਸ ਪਿੰਡ ਵਿੱਚੋਂ ਭਿਕਸ਼ਾ ਲੈਣ ਤੋਂ ਬਾਅਦ ਪਿੰਡ ਤੋਂ ਬਾਹਰ ਦੂਰ ਉਸੇ ਖੰਡਰ ਵੱਲ ਚੱਲ ਪੈਂਦਾ ਹੈ ਜਿੱਥੇ ਉਹ ਰਹਿੰਦਾ ਸੀ। ਤਾਂ ਉਦੋਂ ਹੀ ਉਸ ਪਿੰਡ ਦੇ ਇੱਕ ਵੱਡੇ ਚੋਰ ਨੇ ਨਾਗਰਜੁਨ ਦੇ ਹੱਥ ਵਿੱਚ ਉਹ ਸੋਨੇ ਦਾ ਭਿਕਸ਼ਾ ਪਾਤਰ ਦੇਖਿਆ ਤਾਂ ਉਸ ਦੇ ਮਨ ਵਿੱਚ ਖਿਆਲ ਆਇਆ ਕਿ ਮਲੰਗ ਜੇ ਸਾਧੂ ਦੇ ਕੋਲ ਇਹ ਸੋਨੇ ਦਾ ਭਿਕਸ਼ਾ ਪਾਤਰ ਕਿੱਥੋਂ ਆਇਆ, ਤੇ ਉਸਨੇ ਉਸ ਸਾਧੂ ਦਾ ਪਿੱਛਾ ਕਰਨਾ ਸ਼ੁਰੂ ਕੀਤਾ। ਨਾਗਰਜੁਨ ਨੂੰ ਵੀ ਉਸ ਦੇ ਕਦਮਾਂ ਦੀ ਆਹਟ ਦਾ ਪਤਾ ਲੱਗ ਗਿਆ ਸੀ ਕਿ ਕੋਈ ਨਾ ਕੋਈ ਚੋਰ ਮੇਰਾ ਪਿੱਛਾ ਕਰ ਰਿਹਾ ਹੈ, ਪਰ ਉਹ ਬਿਨਾਂ ਕੁਝ ਬੋਲੇ, ਬਿਨਾਂ ਪਿੱਛੇ ਦੇਖੇ ਆਪਣੇ ਉਸ ਖੰਡਰ ਵਿੱਚ ਪਹੁੰਚ ਜਾਂਦਾ ਹੈ ਜਿੱਥੇ ਉਹ ਰਹਿੰਦਾ ਸੀ। ਤੇ ਹੁਣ ਨਾਗਰਜੁਨ ਖੰਡਰ ਦੇ ਅੰਦਰ ਬੈਠਾ ਹੋਇਆ ਹੈ ਤੇ ਚੋਰ ਉਸ ਦਾ ਬਾਹਰ ਇੰਤਜ਼ਾਰ ਕਰ ਰਿਹਾ ਹੈ ਕਿ ਕਦੋਂ ਉਹ ਸੌਵੇ ਤੇ ਕਦੋਂ ਉਹ ਉਸ ਦਾ ਭਿਕਸ਼ਾ ਪਾਤਰ ਚੋਰੀ ਕਰ ਲਵੇ। ਗਰਮੀ ਦਾ ਸਮਾਂ ਸੀ, ਸੂਰਜ ਪੂਰਾ ਤਪ ਰਿਹਾ ਸੀ ਤੇ ਖੜ ਦੁਪਹਿਰਾ ਲੱਗਿਆ ਹੋਇਆ ਸੀ। ਨਾਗਰਜੁਨ ਨੇ ਸੋਚਿਆ ਕਿ ਜਦੋਂ ਉਸ ਚੋਰ ਨੇ ਇਹ ਚੋਰੀ ਕਰਨਾ ਹੀ ਹੈ ਤਾਂ ਮੈਂ ਕਿਉਂ ਉਸ ਨੂੰ ਸੌਣ ਤੱਕ ਦਾ ਇੰਤਜ਼ਾਰ ਕਰਵਾਵਾਂ। ਉਹ ਵਿਚਾਰਾ ਇੰਨਾ ਚਿਰ ਧੁੱਪ ਵਿੱਚ ਬੈਠਾ ਰਹੇਗਾ ਤੇ ਜਦੋਂ ਥੋੜੀ ਦੇਰ ਬਾਅਦ ਇਹ ਚੋਰੀ ਹੋਣੀ ਹੀ ਹੈ ਤਾਂ ਕਿਉਂ ਨਾ ਮੈਂ ਖੁਦ ਹੀ ਆਪਣਾ ਭਿਕਸ਼ਾ ਪਾਤਰ ਉਸ ਨੂੰ ਦੇ ਦੇਵਾਂ। ਇਸ ਦੇ ਨਾਲ ਮੈਨੂੰ ਦਾਨ ਦਾ ਪੁੰਨ ਵੀ ਲੱਗ ਜਾਵੇਗਾ। ਇਹ ਸੋਚ ਕੇ ਨਾਗਰਜੁਨ ਨੇ ਉਹ ਸੋਨੇ ਦਾ ਭਿਕਸ਼ਾ ਪਾਤਰ ਬਾਹਰ ਸੁੱਟ ਦਿੱਤਾ। ਇਹ ਦੇਖ ਕੇ ਚੋਰ ਦਾ ਦਿਮਾਗ ਚਕਰਾ ਗਿਆ। ਉਹ ਹੈਰਾਨ ਹੋ ਗਿਆ। ਉਹ ਤਾਂ ਪਹਿਲਾਂ ਹੀ ਬਹੁਤ ਹੈਰਾਨ ਸੀ ਕਿ ਇਸ ਮਲੰਗ ਜੇ ਸਾਧੂ ਦੇ ਕੋਲ ਸੋਨੇ ਦਾ ਭਿਕਸ਼ਾ ਪਾਤਰ ਕਿੱਥੋਂ ਆਇਆ, ਪਰ ਇਹ ਦੇਖ ਕੇ ਉਹ ਹੋਰ ਜ਼ਿਆਦਾ ਹੈਰਾਨ ਹੋ ਗਿਆ ਕਿ ਉਸਨੇ ਉਹ ਸੋਨੇ ਦੇ ਭਿਕਸ਼ਾ ਪਾਤਰ ਨੂੰ ਬਾਹਰ ਸੁੱਟ ਦਿੱਤਾ ਹੈ। ਉਸ ਚੋਰ ਨੇ ਸੋਚਿਆ ਕਿ ਜਿਸ ਨੂੰ ਪਾਉਣ ਦੇ ਲਈ ਮੈਂ ਇੰਨਾ ਤੜਪ ਰਿਹਾ ਹਾਂ, ਜਿਸ ਨੂੰ ਪਾਉਣ ਦੇ ਲਈ ਮੈਂ ਇੰਨੀ ਦੂਰ ਤੱਕ ਇਸ ਦਾ ਪਿੱਛਾ ਕਰਦਾ ਆਇਆ ਹਾਂ, ਉਸ ਦੇ ਲਈ ਇਹ ਕੋਈ ਚੀਜ਼ ਹੀ ਨਹੀਂ ਹੈ। ਹੁਣ ਜੇ ਮੈਂ ਇਸ ਭਿਕਸ਼ਾ ਪਾਤਰ ਨੂੰ ਪਾ ਵੀ ਲਵਾਂਗਾ ਤਾਂ ਇਸ ਵਿੱਚ ਹਾਸਲ ਕਰਨ ਵਰਗਾ ਕੀ ਰਹਿ ਜਾਵੇਗਾ। ਕੁਝ ਦੇਰ ਸੋਚ ਵਿਚਾਰ ਕਰਨ ਤੋਂ ਬਾਅਦ ਉਸ ਚੋਰ ਨੇ ਉਸ ਫਕੀਰ ਨੂੰ ਆਵਾਜ਼ ਲਗਾਈ ਤੇ ਕਿਹਾ ਕਿ ਮਹਾਰਾਜ, ਮੈਂ 2 ਮਿੰਟ ਦੇ ਲਈ ਤੁਹਾਨੂੰ ਮਿਲਣ ਵਾਸਤੇ ਅੰਦਰ ਆ ਸਕਦਾ ਹਾਂ। ਤਾਂ ਨਾਗਰਜੁਨ ਕਹਿੰਦਾ ਹੈ ਕਿ ਮੈਂ ਇਸੇ ਕਰਕੇ ਹੀ ਉਹ ਭਿਕਸ਼ਾ ਪਾਤਰ ਬਾਹਰ ਸੁੱਟਿਆ ਹੈ ਤਾਂ ਕਿ ਤੂੰ ਅੰਦਰ ਆ ਸਕੇ। ਚੱਲ ਆ ਜਾ ਅੰਦਰ। ਅੰਦਰ ਆਉਣ ਤੋਂ ਬਾਅਦ ਉਹ ਚੋਰ ਉਸ ਫਕੀਰ ਨੂੰ ਪੁੱਛਦਾ ਹੈ ਕਿ ਮਹਾਰਾਜ, ਮੈਂ ਵੀ ਆਪਣੇ ਜੀਵਨ ਵਿੱਚ ਸੱਚ ਦੀ ਪ੍ਰਾਪਤੀ ਕਰਨੀ ਚਾਹੁੰਦਾ ਹਾਂ। ਮੈਂ ਵੀ ਚਾਹੁੰਦਾ ਹਾਂ ਕਿ ਮੈਂ ਵੀ ਤੁਹਾਡੀ ਤਰ੍ਹਾਂ ਆਨੰਦ ਦੇ ਨਾਲ ਸੰਪੂਰਨ ਹੋ ਜਾਵਾਂ। ਮੈਂ ਵੀ ਪਰਮ ਸੱਚ ਦੀ ਖੋਜ ਕਰਨੀ ਚਾਹੁੰਦਾ ਹਾਂ। ਪਰ ਮੈਂ ਕਈ ਸਾਧੂ ਮਹਾਤਮਾਵਾਂ ਦੇ ਕੋਲ ਗਿਆ। ਉਹਨਾਂ ਨੇ ਮੈਨੂੰ ਇਹੀ ਕਿਹਾ ਕਿ ਪਹਿਲਾਂ ਤੈਨੂੰ ਚੋਰੀ ਕਰਨੀ ਛੱਡਣੀ ਹੋਵੇਗੀ। ਤੇ ਹੁਣ ਮੈਂ ਤੁਹਾਨੂੰ ਪੁੱਛਦਾ ਹਾਂ ਕਿ ਮੇਰੇ ਵਰਗੇ ਆਦਮੀ ਵਾਸਤੇ ਸੱਚ ਨੂੰ ਪ੍ਰਾਪਤ ਕਰਨ ਦੀ ਕੋਈ ਸੰਭਾਵਨਾ ਹੈ। ਤਾਂ ਫਕੀਰ ਕਹਿੰਦਾ ਹੈ ਕਿ ਪਹਿਲਾਂ ਤਾਂ ਤੂੰ ਇਹ ਸੁਣ ਲੈ ਕਿ ਤੂੰ ਅੱਜ ਤੱਕ ਕਿਸੇ ਵੀ ਸਾਧੂ ਸੰਤ ਨੂੰ ਨਹੀਂ ਮਿਲਿਆ। ਸਾਧੂ ਸੰਤ ਨੂੰ ਕੀ ਮਤਲਬ ਕਿ ਤੂੰ ਚੋਰੀ ਕਰਦਾ ਹੈ ਜਾਂ ਡਕੈਤੀ ਕਰਦਾ ਹੈ। ਚੋਰੀ ਤੇ ਸਾਧੂ ਦਾ ਕੀ ਹਿਸਾਬ ਕਿਤਾਬ। ਮੈਂ ਨਹੀਂ ਕਹਾਂਗਾ ਕਿ ਤੂੰ ਚੋਰੀ ਕਰਨੀ ਛੱਡ ਦੇ, ਬਲਕਿ ਮੈਂ ਤਾਂ ਤੈਨੂੰ ਕਹਾਂਗਾ ਤੂੰ ਚੋਰੀ ਨੂੰ ਪੂਰੇ ਧਿਆਨ ਦੇ ਨਾਲ ਕਰ। ਜੇ ਤੂੰ ਕਿਸੇ ਦਾ ਦਰਵਾਜ਼ਾ ਤੋੜਨ ਜਾ ਰਿਹਾ ਹੈ ਤਾਂ ਉਸ ਨੂੰ ਪੂਰਾ ਚੌਕੰਨਾ ਹੋ ਕੇ ਤੋੜ, ਪੂਰੇ ਧਿਆਨ ਦੇ ਵਿੱਚ ਤੋੜ।
ਜੇ ਤੂੰ ਕਿਸੇ ਦੀ ਤਿਜੋਰੀ ਖੋਲਣ ਜਾ ਰਿਹਾ ਹੈ ਤਾਂ ਉਸ ਨੂੰ ਪੂਰੇ ਧਿਆਨ ਦੇ ਨਾਲ, ਪੂਰੀ ਸਾਵਧਾਨੀ ਦੇ ਨਾਲ ਖੋਲ, ਪੂਰੇ ਹੋਸ਼ ਹਵਾਸ ਵਿੱਚ ਖੋਲ। ਚੋਰੀ ਕਰਦੇ ਸਮੇਂ ਤੇਰਾ ਮਨ ਵੀ ਉੱਥੇ ਹੀ ਹੋਣਾ ਚਾਹੀਦਾ ਹੈ ਜਿੱਥੇ ਤੂੰ ਚੋਰੀ ਕਰ ਰਿਹਾ ਹੋਵੇਂ। ਜੇਕਰ ਤੂੰ ਤਿਜੋਰੀ ਖੋਲ ਰਿਹਾ ਹੈ ਤਾਂ ਤੇਰਾ ਮਨ ਵੀ ਉਸੇ ਤਿਜੋਰੀ ਵਿੱਚ ਹੀ ਹੋਣਾ ਚਾਹੀਦਾ ਹੈ, ਨਾ ਕਿ ਇੱਧਰ ਉੱਧਰ ਭੱਜਣ ਦੇ ਬਾਰੇ ਸੋਚਣ ਵਿੱਚ ਹੋਣਾ ਚਾਹੀਦਾ ਹੈ। ਇਹ ਸੁਣ ਕੇ ਉਹ ਚੋਰ ਕਹਿੰਦਾ ਹੈ ਕਿ ਇਸ ਦੇ ਨਾਲ ਕੀ ਹੋਵੇਗਾ? ਤਾਂ ਫਕੀਰ ਕਹਿੰਦਾ ਏ, ਕਰਕੇ ਦੇਖ, ਜੇ ਕੁਝ ਹੋਇਆ ਤਾਂ ਮੇਰੇ ਕੋਲ ਆਵੀਂ, ਮੈਨੂੰ ਵੀ ਦੱਸੀ ਕੀ ਹੋਇਆ। ਤਾਂ ਉਹ ਚੋਰ ਹੱਸਣ ਲੱਗਾ ਤੇ ਕਹਿੰਦਾ ਹੈ ਕਿ ਤੁਸੀਂ ਤਾਂ ਚੋਰੀ ਦੇ ਗੁਣ ਦੱਸ ਰਹੇ ਹੋ, ਚੋਰੀ ਦੇ ਨਵੇਂ-ਨਵੇਂ ਤਰੀਕੇ ਦੱਸ ਰਹੇ ਹੋ ਕਿ ਚੋਰੀ ਕਿਸ ਤਰ੍ਹਾਂ ਕਰਨੀ ਹੈ। ਫਕੀਰ ਦੀਆਂ ਗੱਲਾਂ ਸੁਣ ਕੇ ਚੋਰ ਕਹਿੰਦਾ ਹੈ ਕਿ ਠੀਕ ਹੈ ਮਹਾਰਾਜ, ਜੇਕਰ ਹੋਰ ਨਹੀਂ ਤਾਂ ਚੋਰੀ ਦਾ ਇੱਕ ਅੱਧਾ ਗੁਣ ਹੀ ਵੱਧ ਜਾਵੇਗਾ। ਇਹ ਕਹਿ ਕੇ ਉਹ ਉੱਥੋਂ ਚਲਾ ਜਾਂਦਾ ਹੈ ਤੇ ਇੱਕ ਹਫ਼ਤੇ ਬਾਅਦ ਫਿਰ ਤੋਂ ਫਕੀਰ ਦੇ ਕੋਲ ਆਉਂਦਾ ਹੈ ਤਾਂ ਫਕੀਰ ਨੂੰ ਕਹਿੰਦਾ ਹੈ ਕਿ ਮਹਾਰਾਜ, ਤੁਸੀਂ ਮੈਨੂੰ ਧੋਖਾ ਦੇ ਦਿੱਤਾ। ਜਿਵੇਂ ਹੀ ਮੈਂ ਚੋਰੀ ਕਰਨ ਦੇ ਲਈ ਹੋਸ਼ਪੂਰਵਕ ਅੱਗੇ ਵੱਧਦਾ ਹਾਂ, ਮੇਰੇ ਕਦਮ ਹੀ ਨਹੀਂ ਉੱਠਦੇ। ਔਖੇ ਸੌਖੇ ਮੈਂ ਕੱਲ ਕਿਸੇ ਸੇਠ ਦੇ ਘਰ ਵਿੱਚ ਚੋਰੀ ਕਰਨ ਵਾਸਤੇ ਗਿਆ। ਮੈਂ ਤਿਜੋਰੀ ਵੀ ਖੋਲ੍ਹ ਲਈ ਸੀ, ਪਰ ਮੈਂ ਉਸ ਸਮੇਂ ਤੱਕ ਅੰਦਰ ਤੋਂ ਪੂਰੀ ਤਰ੍ਹਾਂ ਜਾਗਿਆ ਹੋਇਆ ਨਹੀਂ ਸੀ। ਪਰ ਜਿਵੇਂ ਹੀ ਮੈਂ ਤਿਜੋਰੀ ਖੋਲ੍ਹੀ ਤਾਂ ਮੈਨੂੰ ਯਾਦ ਆਇਆ ਕਿ ਮੈਂ ਤਾਂ ਚੋਰੀ ਪੂਰੇ ਹੋਸ਼ ਹਵਾਸ ਵਿੱਚ ਕਰਨੀ ਹੈ। ਤਾਂ ਜਿਵੇਂ ਹੀ ਮੈਂ ਹੋਸ਼ ਨਾਲ ਭਰਿਆ, ਇਕਾਗਰ ਹੋਇਆ, ਉਹ ਸਾਰੀ ਸੰਪત્ਤੀ ਮੇਰੇ ਸਾਹਮਣੇ ਪਈ ਸੀ, ਪਰ ਮੈਂ ਉਸ ਨੂੰ ਚੁੱਕ ਹੀ ਨਹੀਂ ਪਾਇਆ। ਉਸ ਘਰ ਦੇ ਸਾਰੇ ਲੋਕ ਵੀ ਸੌਂ ਰਹੇ ਸਨ, ਪਰ ਮੈਂ ਜਾਗ ਗਿਆ ਸੀ। ਤਾਂ ਉਦੋਂ ਮੈਂ ਜਾਣਿਆ ਕਿ ਦੂਜਿਆਂ ਦੇ ਸੌਣ ਦੇ ਨਾਲ ਚੋਰੀ ਨਹੀਂ ਹੋ ਰਹੀ ਸੀ, ਬਲਕਿ ਮੇਰੇ ਸੌਣ ਦੇ ਕਾਰਨ ਹੋ ਰਹੀ ਸੀ। ਦੋਸਤੋ, ਉਹ ਚੋਰ ਤਾਂ ਆਪਣੀ ਸਿੱਖਿਆ ਲੈ ਗਿਆ, ਪਰ ਸਾਨੂੰ ਕੀ ਸਿੱਖਿਆ ਮਿਲਦੀ ਹੈ? ਦੋਸਤੋ, ਕੁਝ ਹੋਰ ਇਸ ਜੀਵਨ ਵਿੱਚ ਕਰਨ ਵਰਗਾ ਨਹੀਂ ਹੈ। ਬਸ ਆਪਣੇ ਕਰਮ ਨੂੰ ਆਪਣੇ ਧਿਆਨ ਵਿੱਚ ਸੰਯੁਕਤ ਕਰ ਲਵੋ, ਕਿਉਂਕਿ ਧਿਆਨ ਵਿੱਚ ਸਭ ਕੰਮ ਪ੍ਰਾਰਥਨਾ ਬਣ ਜਾਂਦੇ ਨੇ ਤੇ ਪਵਿੱਤਰ ਹੋ ਜਾਂਦੇ ਨੇ, ਤੇ ਜੋ ਅਪਵਿੱਤਰ ਹੁੰਦਾ ਹੈ ਉਹ ਆਪਣੇ ਆਪ ਹੀ ਹੋਣਾ ਬੰਦ ਹੋ ਜਾਂਦਾ ਹੈ। ਇਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਦੋਸਤੋ ਕਿ ਤੁਸੀਂ ਕੀ ਕੰਮ ਕਰਦੇ ਹੋ। ਤੁਸੀਂ ਕੱਪੜਿਆਂ ਦਾ ਕੰਮ ਕਰਦੇ ਹੋ, ਤੁਸੀਂ ਦਰਜੀ ਹੋ, ਜਾਂ ਤੁਹਾਡੀ ਕੋਈ ਦੁਕਾਨ ਹੈ, ਜਾਂ ਤੁਸੀਂ ਕਸਾਈ ਦਾ ਕੰਮ ਕਰਦੇ ਹੋ, ਉਸ ਦੇ ਨਾਲ ਕੋਈ ਵੀ ਫਰਕ ਨਹੀਂ ਪੈਂਦਾ। ਬਸ ਤੁਸੀਂ ਉਸ ਕੰਮ ਨੂੰ ਪੂਰੇ ਹੋਸ਼ਪੂਰਵਕ ਕਰਨਾ ਸ਼ੁਰੂ ਕਰੋ, ਉਸ ਕੰਮ ਨੂੰ ਪੂਰੀ ਸਾਵਧਾਨੀ ਦੇ ਨਾਲ, ਪੂਰੇ ਧਿਆਨ ਵਿੱਚ ਕਰਨਾ ਸ਼ੁਰੂ ਕਰੋ, ਜਿਸ ਦੇ ਨਾਲ ਕਰਮ ਧਿਆਨ ਦੇ ਨਾਲ ਸੰਯੁਕਤ ਹੋ ਕੇ ਜੁੜ ਜਾਣਗੇ। ਤੇ ਇਸ ਦੇ ਨਾਲ ਕ੍ਰਾਂਤੀ ਇਹ ਹੋਵੇਗੀ ਕਿ ਸਭ ਧਿਆਨਪੂਰਵਕ ਹੋਣ ਦੇ ਕਾਰਨ ਸਾਨੂੰ ਉਸ ਦੀ ਸਮਝ ਆ ਜਾਵੇਗੀ ਜੋ ਚੇਤਨਾ ਹੈ, ਜੋ ਆਤਮਾ ਹੈ। ਤੇ ਜੇਕਰ ਸਾਨੂੰ ਉਹ ਪ੍ਰਕਾਸ਼ ਦੀ ਜੋਤ ਮਿਲ ਜਾਂਦੀ ਹੈ ਤਾਂ ਸਭ ਕੁਝ ਮਿਲ ਜਾਂਦਾ ਹੈ। ਜੋ ਸਾਰੇ ਧਰਮਾਂ ਨੇ ਕਿਹਾ ਹੈ, ਜੋ ਸਾਰੇ ਗੁਰੂਆਂ ਨੇ ਕਿਹਾ ਹੈ, ਜੋ ਸਾਧੂ ਸੰਤਾਂ ਨੇ ਕਿਹਾ ਹੈ, ਜੋ ਸਾਰੇ ਅਵਤਾਰਾਂ ਨੇ ਕਿਹਾ ਹੈ, ਉਹ ਸਭ ਸਾਨੂੰ ਉਸ ਪ੍ਰਕਾਸ਼ ਦੀ ਇੱਕ ਜੋਤ ਵਿੱਚੋਂ ਮਿਲ ਜਾਂਦਾ ਹੈ। ਦੋਸਤੋ, ਇੱਥੇ ਆਚਰਣ ਨੂੰ ਬਦਲਣ ਦੀ ਗੱਲ ਨਹੀਂ ਹੈ, ਬਲਕਿ ਕੇਂਦਰ ਨੂੰ ਜਗਾਉਣ ਤੇ ਜਿੱਤਣ ਦੀ ਗੱਲ ਹੈ। ਆਚਰਣ ਨੂੰ ਬਦਲਣਾ ਤਾਂ ਉੱਪਰੀ ਬਦਲਾਵ ਹੁੰਦਾ ਹੈ, ਉਹ ਕਦੇ ਵੀ ਪਰਮਾਨੈਂਟ ਨਹੀਂ ਹੁੰਦਾ। ਆਚਰਣ ਦਾ ਸਵਾਲ ਨਹੀਂ ਹੈ, ਆਪਣੇ ਅੰਤਰ ਹਿਰਦੇ ਨੂੰ ਬਦਲਣ ਦਾ ਸਵਾਲ ਹੈ। ਅੰਦਰ ਤੋਂ ਬਦਲਾਵ ਲਿਆਉਣਾ ਜ਼ਰੂਰੀ ਹੈ, ਤੇ ਤੁਹਾਡੇ ਅੰਦਰ ਤੋਂ ਬਦਲਾਵ ਉਦੋਂ ਹੀ ਹੋਵੇਗਾ ਜਦੋਂ ਤੁਸੀਂ ਹਰ ਕੰਮ ਨੂੰ ਹੋਸ਼ਪੂਰਵਕ ਕਰਨਾ ਸ਼ੁਰੂ ਕਰੋਗੇ। ਤੇ ਫਿਰ ਤੁਹਾਨੂੰ ਉਸ ਪ੍ਰਕਾਸ਼ ਦੀ ਜੋਤ ਦੇ ਦਰਸ਼ਨ ਹੋਣਗੇ। ਤੁਹਾਨੂੰ ਪਤਾ ਲੱਗੇਗਾ ਜੋ ਚੇਤਨਾ ਹੈ, ਜਿਸ ਨੂੰ ਅਸੀਂ ਆਤਮਾ ਕਹਿੰਦੇ ਹਾਂ। ਤਾਂ ਤੁਹਾਨੂੰ ਪਤਾ ਲੱਗੇਗਾ ਕਿ ਜੋ ਆਤਮਾ ਹੈ ਉਸ ਦੀ ਕੋਈ ਵੀ ਮੌਤ ਨਹੀਂ ਹੈ, ਉਹ ਤਾਂ ਅਮਰ ਹੈ। ਤੇ ਇਹੀ ਸਾਨੂੰ ਸਾਡੇ ਸਾਰੇ ਧਰਮ ਗ੍ਰੰਥ ਦੱਸਦੇ ਹਨ। सो दोस्तों, इसी जन्म में ये दो काम करो, एक नाम जपो, दूजा प्रेम करो, किसी जीव का दिल ना दुखाना कभी, मौत याद रखो, मालिक से डरो। दोस्तों, जे वीडियो वधिया लगी तो लाइक शेयर कमेंट जरूर करो, ਤੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ। ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।